ਹੈਲੋ ਸਟੂਡੈਂਟਸ C++ ਤੇ ਅੱਜ ਦੇ ਲੈਕਚਰ 'ਚ ਆਪਾਂ ਦੇਖਾਂਗੇ ਕਿ ਪ੍ਰੋਸੀਜਰ ਓਰੀਐਂਟਡ ਪ੍ਰੋਗਰਾਮਿੰਗ ਕੀ ਹੁੰਦੀ ਹੈ ਐਂਡ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਕੀ ਹੁੰਦੀ ਹੈ ਤੇ ਨਾਲ ਹੀ ਆਪਾਂ ਦੇਖਾਂਗੇ ਕਿ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਅਕੋਰਡਿੰਗ ਆਪਾਂ ਕਿਵੇਂ ਕੋਈ ਪ੍ਰੋਗਰਾਮ ਬਣਾ ਸਕਦੇ ਹਾਂ ਵਿਦ ਦੀ ਹੈਲਪ ਆਫ ਕਲਾਸ ਐਂਡ ਆਬਜੈਕਟਸ। ਸੋ ਅੱਗੇ ਜਾਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਲਾਸਟ ਲੈਕਚਰ ਰਿਵਾਈਜ਼ ਕਰਦੇ ਹਾਂ ਜੋ ਆਪਣਾ ਲਾਸਟ ਲੈਕਚਰ ਸੀ ਸਟਰਕਚਰ ਟੂ ਫੰਕਸ਼ਨ। ਅਗਰ ਤੁਸੀਂ ਉਹ ਲੈਕਚਰ ਨਹੀਂ ਦੇਖਿਆ ਤਾਂ ਪਹਿਲਾਂ ਉਹ ਲੈਕਚਰ ਥੋੜਾ ਧਿਆਨ ਨਾਲ ਦੇਖ ਲਓ। ਸੋ ਆਪਾਂ ਇੱਥੇ ਉਹਨੂੰ ਰਿਵਾਈਜ਼ ਕਰਨ ਲੱਗੇ ਹਾਂ। ਸੋ ਉਸ 'ਚ ਕੀ ਹੈ, ਇੱਕ ਆਪਾਂ ਸਟਰਕਟ ਸਟੂਡੈਂਟ ਕ੍ਰੀਏਟ ਕੀਤਾ ਹੈ ਜਿਸ 'ਚ ਆਪਾਂ ਨੇ ਡਾਟਾ ਲਿਆ ਸੀ ਰੋਲ ਨੰਬਰ, ਏਜ ਐਂਡ ਨੇਮ। ਦੈਨ ਮੇਨ ਫੰਕਸ਼ਨ ਦੇ ਵਿੱਚ ਆਪਾਂ ਸਟਰਕਚਰ ਸਟੂਡੈਂਟ ਦੇ ਦੋ ਵੇਰੀਏਬਲ ਕ੍ਰੀਏਟ ਕੀਤੇ S1 ਐਂਡ S2। ਸੋ ਇਹਦੇ ਨਾਲ ਕੀ ਹੋਇਆ, ਇੱਕ S1 ਕ੍ਰੀਏਟ ਹੋਇਆ ਤੇ ਇੱਕ S2 ਕ੍ਰੀਏਟ ਹੋਇਆ ਜਿਨ੍ਹਾਂ ਦੇ ਵਿੱਚ ਕੀ ਹੋਏਗਾ, ਰੋਲ ਨੰਬਰ, ਏਜ ਐਂਡ ਨੇਮ। ਸੋ ਇਹਦੇ ਵਿੱਚ ਵੀ ਰੋਲ ਨੰਬਰ, ਏਜ ਐਂਡ ਨੇਮ ਹੋਏਗਾ। ਦੈਨ ਆਪਾਂ ਨੇ ਦੋ ਫੰਕਸ਼ਨ ਲਏ ਆ ਇਹਦੇ ਵਿੱਚ, ਇੱਕ ਇਨਪੁਟ ਕਰਵਾਉਣ ਲਈ ਤੇ ਇੱਕ ਡਿਸਪਲੇ ਜੋ ਕਿ ਸਟੂਡੈਂਟ ਦਾ ਡਾਟਾ ਡਿਸਪਲੇ ਕਰਵਾਏਗਾ। ਸੋ S1 ਇਜ਼ ਇਕੁਅਲ ਟੂ ਇਨਪੁਟ, ਇਟ ਮੀਨਸ ਇਨਪੁਟ ਫੰਕਸ਼ਨ ਨੂੰ ਕਾਲ ਕੀਤਾ। ਸੋ ਇਨਪੁਟ ਫੰਕਸ਼ਨ ਦੇ ਵਿੱਚ ਆਪਾਂ ਨੇ ਇੱਕ ਟੈਂਪਰੇਰੀ ਵੇਰੀਏਬਲ ਲਿਆ S ਜਿਹਦੇ ਥਰੂ ਆਪਾਂ ਨੇ ਇਨਪੁਟ ਕਰਵਾਇਆ। ਦੈਨ ਉਹ S ਨੂੰ ਆਪਾਂ ਨੇ ਰਿਟਰਨ ਕਰਵਾਇਆ। ਸੋ ਰਿਟਰਨ ਹੋ ਕੇ ਉਹ ਕਿਹਦੇ ਵਿੱਚ ਆ ਗਿਆ, S1 'ਚ। ਇਸੇ ਤਰੀਕੇ ਨਾਲ S2 ਨੂੰ ਇਨਪੁਟ ਕਰਵਾਇਆ। ਦੈਨ ਡਿਸਪਲੇ S1 ਦੇ ਵਿੱਚ ਆਪਾਂ ਡਿਸਪਲੇ ਫੰਕਸ਼ਨ ਨੂੰ ਕਾਲ ਕਰ ਰਹੇ ਹਾਂ ਤੇ ਉਹਦੇ ਵਿੱਚ S1 ਨੂੰ ਪਾਸ ਕਰ ਰਹੇ ਹਾਂ ਜੋ ਕਿ ਕੋਰੈਸਪੋਂਡਿੰਗਲੀ ਕਿਹਦੇ ਵਿੱਚ ਆ ਗਿਆ, S ਦੇ ਵਿੱਚ। ਦੈਨ ਉਹਨੂੰ ਫਿਰ ਆਪਾਂ ਪ੍ਰਿੰਟ ਕਰਵਾ ਰਹੇ ਹਾਂ। ਇਸੇ ਤਰੀਕੇ ਨਾਲ S2 ਨੂੰ ਪ੍ਰਿੰਟ ਕਰਵਾਇਆ। ਸੋ ਬੇਸਿਕਲੀ ਇਸ ਫੰਕਸ਼ਨ ਇਸ ਪ੍ਰੋਗਰਾਮ ਦੇ ਵਿੱਚ ਕੀ ਹੋ ਰਿਹਾ ਹੈ ਕਿ ਆਪਣੇ ਕੋਲ ਇੱਕ ਮੇਨ ਫੰਕਸ਼ਨ ਹੈ। ਮੇਨ ਫੰਕਸ਼ਨ ਦੇ ਵਿੱਚ ਕੀ ਹੈ, ਆਪਣੇ ਕੋਲ S1 ਐਂਡ S2 ਡਾਟਾ। ਦੈਨ ਆਪਣੇ ਕੋਲ ਦੋ ਫੰਕਸ਼ਨ ਹੋਰ ਨੇ, ਇੱਕ ਹੈ ਇਨਪੁਟ ਤੇ ਇੱਕ ਹੈ ਡਿਸਪਲੇ। ਕਿਉਂਕਿ ਆਪਾਂ ਇਨਪੁਟ ਦੇ ਵਿੱਚ ਕੀ ਕਰਵਾ ਰਹੇ ਹਾਂ, ਡਾਟਾ ਨੂੰ ਇਨਪੁਟ ਕਰਵਾ ਰਹੇ ਹਾਂ ਤੇ ਡਿਸਪਲੇ ਦੇ ਵਿੱਚ ਡਾਟਾ ਨੂੰ ਪ੍ਰਿੰਟ ਕਰਵਾ ਰਹੇ ਹਾਂ। ਸੋ ਮੇਨ ਫੰਕਸ਼ਨ ਤੋਂ ਆਪਾਂ ਇਨਪੁਟ ਫੰਕਸ਼ਨ ਨੂੰ ਕਾਲ ਕੀਤਾ ਤੇ ਮੇਨ ਫੰਕਸ਼ਨ ਤੋਂ ਹੀ ਆਪਾਂ ਨੇ ਡਿਸਪਲੇ ਫੰਕਸ਼ਨ ਨੂੰ ਕਾਲ ਕੀਤਾ। ਸੋ ਹੁਣ ਇਹਦੇ ਵਿੱਚ ਇਹ ਧਿਆਨ ਨਾਲ ਦੇਖੋ ਕਿ ਜਦੋਂ ਆਪਾਂ ਫੰਕਸ਼ਨ ਨੂੰ ਕਾਲ ਕਰ ਰਹੇ ਹਾਂ ਤਾਂ ਕੁਝ ਡਾਟਾ ਆਪਾਂ ਉਹਦੇ ਵਿੱਚ ਪਾਸ ਕਰਦੇ ਹਾਂ ਤੇ ਕੁਝ ਡਾਟਾ ਆਪਾਂ ਰਿਟਰਨ ਕਰਵਾਉਂਦੇ ਹਾਂ। ਸੋ ਮੇਨ ਫੰਕਸ਼ਨ ਤੋਂ ਜਦੋਂ ਆਪਾਂ ਇਨਪੁਟ ਫੰਕਸ਼ਨ ਨੂੰ ਕਾਲ ਕੀਤਾ ਸੀ ਤਾਂ ਕੋਈ ਵੀ ਡਾਟਾ ਆਪਾਂ ਪਾਸ ਨਹੀਂ ਕਰ ਰਹੇ, ਬਟ ਆਪਾਂ ਇੱਥੋਂ ਦੀ ਰਿਟਰਨ ਕਰਵਾ ਰਹੇ ਹਾਂ ਸਟਰਕਚਰ ਇੱਕ ਜੋ ਕਿ ਰਿਟਰਨ ਹੋ ਕੇ ਕਿਹਦੇ ਵਿੱਚ ਜਾ ਰਿਹਾ, S1 ਐਂਡ S2 ਦੇ ਵਿੱਚ। ਉਸੇ ਤਰੀਕੇ ਨਾਲ ਜਦੋਂ ਡਿਸਪਲੇ ਫੰਕਸ਼ਨ ਨੂੰ ਕਾਲ ਕੀਤਾ ਦੈਨ ਆਪਾਂ ਪਾਸ ਕਰਵਾ ਰਹੇ ਹਾਂ ਉੱਥੇ ਇੱਕ ਵਾਰੀ S1 ਤੇ ਇੱਕ ਵਾਰੀ S2, ਬਟ ਇਹਦੇ ਵਿੱਚੋਂ ਰਿਟਰਨ ਕੁਝ ਵੀ ਨਹੀਂ ਕਰਵਾ ਰਹੇ। ਸੋ ਇੱਥੇ ਆਪਾਂ ਡਾਟਾ ਪਾਸ ਕਰ ਰਹੇ ਹਾਂ S1 ਐਂਡ S2। ਇੱਥੇ ਡਾਟਾ ਪਾਸ ਕਰ ਰਹੇ ਹਾਂ ਤੇ ਇਨਪੁਟ ਫੰਕਸ਼ਨ 'ਚੋਂ ਆਪਾਂ ਡਾਟਾ ਰਿਟਰਨ ਕਰਵਾ ਰਹੇ ਸੀ। ਸੋ ਇਹ ਆਪਣੀ ਰਿਕੁਆਇਰਮੈਂਟ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਡਾਟਾ ਪਾਸ ਕਰਵਾਉਣਾ ਹੈ ਜਾਂ ਰਿਟਰਨ ਕਰਵਾਉਣਾ ਹੈ ਜਾਂ ਦੋਨੋਂ ਚੀਜ਼ਾਂ ਕਰਵਾਉਣੀਆਂ। ਸੋ ਬੇਸਿਕਲੀ ਪ੍ਰੋਸੀਜਰਲ ਓਰੀਐਂਟਡ ਪ੍ਰੋਗਰਾਮਿੰਗ ਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਆਪਾਂ ਜੋ ਵੀ ਆਪਣੀ ਪ੍ਰੋਬਲਮ ਹੁੰਦੀ ਹੈ ਉਹਨੂੰ ਡਿਫਰੈਂਟ ਫੰਕਸ਼ਨ ਦੇ ਵਿੱਚ ਡਿਵਾਈਡ ਕਰਕੇ ਸੋਲਵ ਕਰਦੇ ਹਾਂ। ਸੋ ਇੱਥੇ ਆਪਾਂ ਆਪਣੀ ਪ੍ਰੋਬਲਮ ਕੀ ਸੀ ਕਿ ਆਪਾਂ ਸਟੂਡੈਂਟ ਦਾ ਡਾਟਾ ਐਂਟਰ ਕਰਵਾਉਣਾ ਹੈ, ਦੈਨ ਉਹ ਡਾਟਾ ਨੂੰ ਪ੍ਰਿੰਟ ਕਰਵਾਉਣਾ ਹੈ। ਸੋ ਉਹਦੇ ਲਈ ਆਪਾਂ ਨੇ ਦੋ ਫੰਕਸ਼ਨਸ ਡਿਵਾਈਡ ਕੀਤੇ ਕਿ ਇਨਪੁਟ ਆਪਾਂ ਨੇ ਅਲੱਗ ਫੰਕਸ਼ਨ 'ਚ ਕਰਵਾਇਆ ਤੇ ਪ੍ਰਿੰਟਿੰਗ ਅਲੱਗ ਫੰਕਸ਼ਨ ਦੇ ਵਿੱਚ ਕਰਵਾਇਆ ਤੇ ਮੇਨ ਫੰਕਸ਼ਨ ਤੋਂ ਆਪਾਂ ਉਹ ਡਾਟਾ ਪਾਸ ਕਰ ਰਹੇ ਹਾਂ। ਸੋ ਬੇਸਿਕਲੀ ਪ੍ਰੋਸੀਜਰ ਓਰੀਐਂਟਡ ਪ੍ਰੋਗਰਾਮਿੰਗ 'ਚ ਇਹੀ ਹੁੰਦਾ ਹੈ ਕਿ ਆਪਾਂ ਪ੍ਰੋਬਲਮ ਨੂੰ ਅਲੱਗ-ਅਲੱਗ ਫੰਕਸ਼ਨਸ ਦੇ ਵਿੱਚ ਡਿਵਾਈਡ ਕਰਦੇ ਹਾਂ ਤੇ ਜਿੱਥੇ-ਜਿੱਥੇ ਡਾਟਾ ਦੀ ਜ਼ਰੂਰਤ ਹੁੰਦੀ ਹੈ ਆਪਾਂ ਉੱਥੇ ਪਾਸ ਔਨ ਕਰ ਦਿੰਦੇ ਹਾਂ। ਸੋ ਬੇਸਿਕਲੀ ਇਹਦੇ ਵਿੱਚ ਕੀ ਹੈ, ਆਪਾਂ ਡਾਟਾ ਦੇ ਉੱਤੇ ਮੇਨ ਫੋਕਸ ਨਹੀਂ ਕਰਦੇ, ਮੇਨ ਫੋਕਸ ਆਪਣਾ ਕਿਹਦੇ ਉੱਤੇ ਹੁੰਦਾ ਹੈ, ਫੰਕਸ਼ਨਸ ਦੇ ਉੱਤੇ। ਸੋ ਅਗਰ ਆਪਾਂ ਪ੍ਰੋਸੀਜਰ ਓਰੀਐਂਟਡ ਪ੍ਰੋਗਰਾਮਿੰਗ ਨੂੰ ਸਮਰਾਈਜ਼ ਕਰੀਏ ਤਾਂ ਪ੍ਰੋਸੀਜਰ ਓਰੀਐਂਟਡ ਪ੍ਰੋਗਰਾਮਿੰਗ ਕੀ ਹੈ। ਸੋ ਇਹਦੇ ਵਿੱਚ ਆਪਾਂ ਫੰਕਸ਼ਨਸ ਨੂੰ ਆਪਾਂ ਪ੍ਰੋਬਲਮ ਨੂੰ ਅਲੱਗ-ਅਲੱਗ ਫੰਕਸ਼ਨਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ ਤੇ ਜੋ ਵੀ ਡਾਟਾ ਹੁੰਦਾ ਹੈ ਉਹ ਆਪਾਂ ਅਲੱਗ-ਅਲੱਗ ਫੰਕਸ਼ਨਸ ਦੇ ਵਿੱਚ ਪਾਸ ਔਨ ਕਰਦੇ ਹਾਂ। ਸੋ ਬੇਸਿਕਲੀ ਇਹਦੇ ਵਿੱਚ ਕੀ ਹੈ, ਡਾਟਾ ਫ੍ਰੀਲੀ ਮੂਵ ਕਰ ਰਿਹਾ ਹੁੰਦਾ ਹੈ। ਸੋ ਡਾਟਾ ਕਿਤੇ ਵੀ ਫ੍ਰੀਲੀ ਮੂਵ ਕਰ ਰਿਹਾ ਹੈ। ਸੋ ਇਟ ਮੀਨਸ ਡਾਟਾ ਦੀ ਇੱਥੇ ਕੋਈ ਸਿਕਿਉਰਿਟੀ ਨਹੀਂ ਹੈ, ਕਿਸੇ ਵੀ ਫੰਕਸ਼ਨ ਦੇ ਥਰੂ ਡਾਟਾ ਚੇਂਜ ਹੋ ਸਕਦਾ ਹੈ ਜਾਂ ਡਾਟਾ ਕਰਪਟ ਹੋ ਸਕਦਾ ਹੈ। ਸੋ ਇੱਥੇ ਆਪਾਂ ਮੇਨਲੀ ਫੋਕਸ ਕਿਹਦੇ ਉੱਤੇ ਕਰਦੇ ਹਾਂ, ਫੰਕਸ਼ਨਸ ਦੇ ਉੱਤੇ ਕਰਦੇ ਹਾਂ ਜਾਂ ਕਹਿ ਸਕਦੇ ਹਾਂ ਪ੍ਰੋਸੀਜਰਸ ਦੇ ਉੱਤੇ ਫੋਕਸ ਕਰਦੇ ਹਾਂ। ਸੋ ਪ੍ਰੋਬਲਮ ਇਜ਼ ਡਿਵਾਈਡਡ ਇਨਟੂ ਫੰਕਸ਼ਨਸ। ਸੋ ਮੇਨ ਪ੍ਰੋਸੀਜਰ ਓਰੀਐਂਟਡ ਪ੍ਰੋਗਰਾਮਿੰਗ ਕੀ ਹੈ ਕਿ ਉਹਦੇ ਵਿੱਚ ਜੋ ਪ੍ਰੋਬਲਮ ਹੁੰਦੀ ਹੈ ਉਹਨੂੰ ਆਪਾਂ ਡਿਫਰੈਂਟ ਫੰਕਸ਼ਨਸ ਦੇ ਵਿੱਚ ਡਿਵਾਈਡ ਕਰਕੇ ਸੋਲਵ ਕਰਦੇ ਹਾਂ ਤੇ ਡਾਟਾ ਸਿਕਿਉਰਿਟੀ ਇਜ਼ ਨਾਟ ਇੰਪੋਰਟੈਂਟ। ਇੱਥੇ ਡਾਟਾ ਦੀ ਸਿਕਿਉਰਿਟੀ ਦੇ ਉੱਤੇ ਆਪਾਂ ਕੋਈ ਫੋਕਸ ਨਹੀਂ ਕਰਦੇ ਕਿਉਂਕਿ ਡਾਟਾ ਕਿਤੇ ਵੀ ਫ੍ਰੀਲੀ ਮੂਵ ਕਰ ਰਿਹਾ। ਸੋ ਨੈਕਸਟ ਹੁਣ ਕਨਸੈਪਟ ਕਰਦੇ ਹਾਂ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ। ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਵਿੱਚ ਕੀ ਹੈ, ਜਿੱਦਾਂ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਇਹ ਕਿਹਦੇ ਉੱਤੇ ਓਰੀਐਂਟਡ ਹੁੰਦੀ ਹੈ, ਆਬਜੈਕਟ ਦੇ ਉੱਤੇ ਓਰੀਐਂਟਡ ਹੈ। ਸੋ ਆਬਜੈਕਟ ਕੀ ਹੁੰਦਾ ਹੈ, ਆਬਜੈਕਟ ਇਜ਼ ਅ ਕਲੈਕਸ਼ਨ ਆਫ ਡਾਟਾ ਐਂਡ ਫੰਕਸ਼ਨਸ।
ਸੋ ਬੇਸਿਕਲੀ ਆਬਜੈਕਟ ਕੀ ਹੈ? ਇਟ ਇਜ਼ ਏ ਆਬਜੈਕਟ। ਆਬਜੈਕਟ ਦੇ ਵਿੱਚ ਕੀ ਹੁੰਦਾ ਹੈ? ਡਾਟਾ ਐਂਡ ਉਸ ਡਾਟਾ ਨਾਲ ਰਿਲੇਟਡ ਫੰਕਸ਼ਨਸ। ਸੋ ਦੋਨਾਂ ਨੂੰ ਜਦੋਂ ਆਪਾਂ ਕੰਬਾਈਨ ਕਰ ਦਿੰਦੇ ਆ ਤਾਂ ਉਹ ਕੀ ਬਣਦਾ? ਇੱਕ ਆਬਜੈਕਟ ਬਣਦਾ। ਸੋ ਬੇਸਿਕਲੀ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਵਿੱਚ ਆਪਾਂ ਕੀ ਕਰਦੇ ਆ ਕਿ ਜੋ ਪ੍ਰੋਬਲਮ ਹੁੰਦੀ ਆ ਉਹਨੂੰ ਆਪਾਂ ਡਿਫਰੈਂਟ ਫੰਕਸ਼ਨਸ ਦੇ ਵਿੱਚ ਨਹੀਂ ਡਿਵਾਈਡ ਕਰਦੇ, ਉਹਨੂੰ ਆਪਾਂ ਡਿਫਰੈਂਟ ਆਬਜੈਕਟਸ ਦੇ ਵਿੱਚ ਡਿਵਾਈਡ ਕਰਦੇ ਆ। ਸੋ ਇਹਦੇ ਵਿੱਚ ਮੇਨਲੀ ਆਬਜੈਕਟਸ ਦੇ ਉੱਤੇ ਆਪਾਂ ਫੋਕਸ ਕਰਾਂਗੇ ਕਿ ਆਪਾਂ ਜੋ ਰੀਅਲ ਲਾਈਫ ਪ੍ਰੋਬਲਮਸ ਨੇ ਉਹਨੂੰ ਆਪਾਂ ਡਿਫਰੈਂਟ ਆਬਜੈਕਟਸ ਦੇ ਵਿੱਚ ਡਿਵਾਈਡ ਕਰਾਂਗੇ। ਐਂਡ ਮੇਨ ਇਹਦੇ ਵਿੱਚ ਸਭ ਤੋਂ ਮੇਨ ਫੋਕਸ ਕਿਹਦੇ ਉੱਤੇ ਹੁੰਦਾ ਹੈ? ਡਾਟਾ ਦੇ ਉੱਤੇ। ਸੋ ਆਪਾਂ ਮੇਨ ਫੋਕਸ ਕਿਹਦੇ ਉੱਤੇ ਕਰਨਾ ਹੈ? ਡਾਟਾ ਦੀ ਸਿਕਿਉਰਿਟੀ ਉੱਤੇ। ਸੋ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਵਿੱਚ ਡਾਟਾ ਕੀ ਹੁੰਦਾ ਹੈ? ਸਿਕਿਉਰ ਹੁੰਦਾ ਹੈ। ਸੋ ਇਹਦੇ ਵਿੱਚ ਕੀ ਕਰਾਂਗੇ ਆਪਾਂ? ਪ੍ਰੋਬਲਮ ਨੂੰ ਡਿਫਰੈਂਟ ਆਬਜੈਕਟਸ 'ਚ ਡਿਵਾਈਡ ਕਰ ਦਾਂਗੇ। ਜਿੱਦਾਂ ਕਿ ਇਹ ਇੱਕ ਆਬਜੈਕਟ ਹੈ, ਇਸੇ ਤਰੀਕੇ ਨਾਲ ਇੱਕ ਹੋਰ ਆਬਜੈਕਟ ਹੋਏਗਾ ਆਬਜੈਕਟ 2, ਇਹ ਆਬਜੈਕਟ 1 ਹੈ। ਆਬਜੈਕਟ 2 ਦੇ ਵਿੱਚ ਵੀ ਕੀ ਹੋਏਗਾ? ਡਾਟਾ ਐਂਡ ਫੰਕਸ਼ਨਸ। ਜਿਹੜੇ ਉਹ ਫੰਕਸ਼ਨਸ ਹੋਣਗੇ ਉਹ ਉਸ ਡਾਟਾ ਨੂੰ ਡਾਇਰੈਕਟਲੀ ਐਕਸੈਸ ਕਰ ਸਕਦੇ ਆ ਕਿਉਂਕਿ ਉਹ ਉਸੇ ਆਬਜੈਕਟ ਨਾਲ ਰਿਲੇਟਡ ਹੋਣਗੇ। ਇਹ ਹੋਏਗਾ ਆਬਜੈਕਟ 3। ਇਹਦੇ ਵਿੱਚ ਵੀ ਡਾਟਾ ਐਂਡ ਫੰਕਸ਼ਨਸ। ਸੋ ਹੁਣ ਜਦੋਂ ਪ੍ਰੋਬਲਮ ਨੂੰ ਆਪਾਂ ਡਿਵਾਈਡ ਕਰਤਾ ਅਲੱਗ-ਅਲੱਗ ਆਬਜੈਕਟਸ ਦੇ ਵਿੱਚ ਤਾਂ ਉਹ ਆਪਸ 'ਚ ਕਿਹਦੇ ਥਰੂ ਇੰਟਰੈਕਸ਼ਨ ਕਰਨਗੇ? ਫੰਕਸ਼ਨਸ ਦੇ ਥਰੂ। ਡਾਟਾ ਦੀ ਕੋਈ ਇੱਥੇ ਇੰਟਰੈਕਸ਼ਨ ਨਹੀਂ ਹੋਏਗੀ। ਅਗਰ ਇੱਕ ਆਬਜੈਕਟ ਨੇ ਦੂਸਰੇ ਆਬਜੈਕਟ ਨਾਲ ਕੋਈ ਵੀ ਕਮਿਊਨੀਕੇਸ਼ਨ ਕਰਨੀ ਹੈ ਤਾਂ ਉਹ ਕਿਹਦੇ ਥਰੂ ਹੋਏਗੀ? ਫੰਕਸ਼ਨਸ ਦੇ ਥਰੂ। ਅਗਰ ਤੁਸੀਂ ਡਾਟਾ ਐਕਸੈਸ ਕਰਨਾ ਹੈ ਤਾਂ ਉਹ ਫੰਕਸ਼ਨਸ ਦੇ ਥਰੂ ਹੀ ਐਕਸੈਸ ਹੋਏਗਾ। ਇਟ ਮੀਨਸ ਆਬਜੈਕਟ 3 ਕੈਨ ਨਾਟ ਐਕਸੈਸ the data in object 2 and object 1 cannot access the data in object 2। ਇਸ ਤਰੀਕੇ ਨਾਲ ਕੋਈ ਵੀ ਆਬਜੈਕਟ ਕਿਸੇ ਦੂਸਰੇ ਆਬਜੈਕਟ ਦਾ ਡਾਟਾ ਡਾਇਰੈਕਟਲੀ ਐਕਸੈਸ ਨਹੀਂ ਕਰ ਸਕਦਾ। ਸੋ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਡਾਟਾ ਨੂੰ ਸਿਕਿਉਰ ਕਰ ਸਕਦੇ ਹਾਂ। ਸੋ ਇਹ ਆਬਜੈਕਟਸ ਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ? ਅਗਰ ਆਪਾਂ C++ ਪ੍ਰੋਗਰਾਮਿੰਗ ਦੀ ਗੱਲ ਕਰੀਏ ਤਾਂ ਆਬਜੈਕਟਸ ਨੂੰ ਕਿਵੇਂ ਇੰਪਲੀਮੈਂਟ ਕਰਾਂਗੇ? ਵਿਦ ਦੀ ਹੈਲਪ ਆਫ ਕਲਾਸਿਸ। ਸੋ ਦੇਖਦੇ ਹਾਂ ਕਿਵੇਂ ਕਰਨਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਕਲਾਸ ਡਿਫਾਈਨ ਕਰਾਂਗੇ। ਸੋ ਕਲਾਸ ਕੀ ਹੁੰਦੀ ਹੈ? ਇੱਕ ਤਰ੍ਹਾਂ ਦੀ ਕਲਾਸ ਐਕਟਸ ਐਜ਼ ਅ ਟੈਂਪਲੇਟ ਫਰੋਮ ਵਿਚ ਵੀ ਕੈਨ ਕ੍ਰੀਏਟ ਆਬਜੈਕਟਸ। ਸੋ ਆਬਜੈਕਟ ਨੂੰ ਕ੍ਰੀਏਟ ਕਰਨ ਲਈ ਆਪਾਂ ਨੂੰ ਪਹਿਲਾਂ ਕਲਾਸ ਡਿਫਾਈਨ ਕਰਨੀ ਪੈਂਦੀ ਹੈ। ਸੋ ਜਿਵੇਂ ਆਪਾਂ ਸਟਰਕਚਰ ਨੂੰ ਡਿਫਾਈਨ ਕਰਦੇ ਸੀ ਉਸੇ ਤਰੀਕੇ ਨਾਲ ਆਪਾਂ ਕਲਾਸ ਨੂੰ ਡਿਫਾਈਨ ਕਰਾਂਗੇ। ਸਟਰਕਚਰ ਦੇ ਵਿੱਚ ਕੀ ਲੈਂਦੇ ਸੀ ਆਪਾਂ? ਡਾਟਾ ਲੈਂਦੇ ਸੀ। ਬਟ ਕਲਾਸ ਦੇ ਵਿੱਚ ਕੀ ਹੈ? ਡਾਟਾ ਐਂਡ ਫੰਕਸ਼ਨਸ ਦੋਨੋਂ ਲੈ ਸਕਦੇ ਹਾਂ। ਸੋ ਕਲਾਸ ਡਿਫਾਈਨ ਕਰਨ ਲਈ ਆਪਾਂ ਕੀਵਰਡ ਯੂਜ਼ ਕਰਦੇ ਹਾਂ ਕਲਾਸ। C++ ਦੇ ਵਿੱਚ ਇੱਕ ਨਿਊ ਕੀਵਰਡ ਆਇਆ ਹੈ that is class। ਸੋ ਕਲਾਸ ਸਪੋਜ਼ ਆਪਾਂ ਨੇ ਡਾਟਾ ਲੈਣਾ ਹੈ ਸਟੂਡੈਂਟ ਦਾ। ਸੋ ਕਲਾਸ ਸਟੂਡੈਂਟ ਡਾਟਾ ਡਿਫਾਈਨ ਕਰਾਂਗੇ। ਡਾਟਾ ਕੀ ਹੋਏਗਾ? ਇੰਟ ਰੋਲ ਨੰਬਰ, ਏਜ ਐਂਡ ਸਪੋਜ਼ ਕੈਰ ਦਾ ਨੇਮ। ਸੋ ਇਹ ਹੋ ਗਿਆ ਡਾਟਾ ਵੈਲਿਊਜ਼। 3 ਵੇਰੀਏਬਲ ਲੈ ਲਏ ਆਪਾਂ ਨੇ ਸਟੂਡੈਂਟ ਕਲਾਸ ਦੇ ਅੰਡਰ। ਯਾਨੀ ਕਿ ਜਦੋਂ ਹੁਣ ਤੁਸੀਂ ਕੋਈ ਵੀ ਸਟੂਡੈਂਟ ਕਲਾਸ ਦਾ ਵੇਰੀਏਬਲ ਕ੍ਰੀਏਟ ਕਰੋਗੇ ਤਾਂ ਉਹਦੇ ਵਿੱਚ ਇਹ 3 ਡਾਟਾ ਮੈਂਬਰਸ ਐਡ ਹੋ ਜਾਣਗੇ, ਰੋਲ ਨੰਬਰ, ਏਜ ਐਂਡ ਨੇਮ। ਦੈਨ ਉਸ ਤੋਂ ਬਾਅਦ ਹੁਣ ਆਪਾਂ ਫੰਕਸ਼ਨਸ ਵੀ ਡਿਫਾਈਨ ਕਰਨੇ ਆ ਕਿਉਂਕਿ ਆਬਜੈਕਟ ਦੇ ਵਿੱਚ ਕੀ ਹੈ? ਡਾਟਾ ਐਂਡ ਫੰਕਸ਼ਨਸ ਹੁੰਦੇ ਨੇ। ਸੋ ਫੰਕਸ਼ਨ ਸਪੋਜ਼ ਆਪਾਂ ਇਹਦੇ ਵਿੱਚ ਲੈਣੇ ਆ void input। ਇਨਪੁਟ ਦੇ ਵਿੱਚ ਕੀ ਆਪਾਂ ਵੈਲਿਊਜ਼ ਇਨਪੁਟ ਕਰਵਾਵਾਂਗੇ। ਸੋ ਵੈਲਿਊਜ਼ ਇਨਪੁਟ ਕਰਵਾਉਣ ਲਈ ਪਹਿਲਾਂ ਆਪਾਂ ਮੈਸੇਜ ਦੇ ਦਿੰਦੇ ਆ cout enter roll number then cin rn। ਹੁਣ ਇੱਥੇ ਆਪਾਂ ਨੂੰ S1 ਜਾਂ S2 ਲਿਖਣ ਦੀ ਲੋੜ ਨਹੀਂ, ਆਪਾਂ ਇੱਥੇ ਡਾਇਰੈਕਟਲੀ ਕੀ ਲਿਖਾਂਗੇ? rn। ਉਹ ਕਿਵੇਂ ਕੰਮ ਕਰੇਗਾ ਉਹ ਆਪਾਂ ਬਾਅਦ ਚ ਦੇਖਦੇ ਹਾਂ। then enter age, so cin age। इसी तरीके नाल cout enter name and cin name। सो इस फंक्शन दे नाल की आपां डाटा इनपुट करवा रहे हैं। then void display, display फंक्शन दे विच आपां डाटा नू आउटपुट करवावांगे। सो उहदे लई आपां फंक्शन यूज करांगे cout roll number is equal to rn then cout name is equal to name and age is equal to age। सो इत्थे लास्ट ਦੇ ਵਿੱਚ ਕਲਾਸ ਨੂੰ ক্লোਜ਼ ਕਰਾਂਗੇ। ਸੋ ਜਦੋਂ ਇੱਥੇ ਪੈਰੇਂਥੀਸਿਸ ਆਪਾਂ ਨੇ ক্লোਜ਼ ਕਰਤੀਆਂ ਤਾਂ ਇਟ ਮੀਨਸ ਇਹ ਕਲਾਸ ਡਿਫਾਈਨ ਹੋ ਗਈ।
क्लास ਦੇ ਵਿੱਚ ਆਪਣੇ ਕੋਲ ਇੱਥੇ ਡਾਟਾ ਹੈ, ਇਹ ਇੱਕ ਅਲੱਗ ਫੰਕਸ਼ਨ ਹੋ ਗਿਆ ਤੇ ਇੱਕ ਅਲੱਗ ਫੰਕਸ਼ਨ ਹੋ ਗਿਆ। ਸੋ ਇਟ ਮੀਨਸ ਕਲਾਸ ਦੇ ਵਿੱਚ ਆਪਣੇ ਕੋਲ ਡਾਟਾ ਹੈ ਰੋਲ ਨੰਬਰ, ਏਜ ਐਂਡ ਨੇਮ ਤੇ ਦੋ ਫੰਕਸ਼ਨਸ ਨੇ ਇਨਪੁਟ ਐਂਡ ਡਿਸਪਲੇ। ਹੁਣ ਆਪਾਂ ਡਿਜ਼ਾਈਨ ਕਰਦੇ ਹਾਂ ਮੇਨ ਫੰਕਸ਼ਨ, ਕਿਉਂਕਿ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਐਗਜ਼ੀਕਿਊਸ਼ਨ ਕਿੱਥੋਂ ਸਟਾਰਟ ਹੁੰਦੀ ਹੈ, ਹਮੇਸ਼ਾ ਮੇਨ ਫੰਕਸ਼ਨ ਤੋਂ। ਸੋ ਸੇਮ ਜਿਵੇਂ ਆਪਾਂ ਸਟੂਡੈਂਟ ਦਾ ਸਟਰਕਚਰ ਦਾ ਵੇਰੀਏਬਲ ਕ੍ਰੀਏਟ ਕਰਦੇ ਸੀ, ਉਸੇ ਤਰੀਕੇ ਨਾਲ ਆਪਾਂ ਕਲਾਸ ਦਾ ਇੱਕ ਵੇਰੀਏਬਲ ਕ੍ਰੀਏਟ ਕਰਾਂਗੇ। ਬਟ ਡਿਫਰੈਂਟ ਕੀ ਹੈ ਕਿ ਕਲਾਸ ਦੇ ਵੇਰੀਏਬਲ ਨੂੰ ਆਪਾਂ ਜਨਰਲੀ ਸਿਰਫ ਵੇਰੀਏਬਲ ਨਹੀਂ ਕਹਿੰਦੇ, ਕਲਾਸ ਦੇ ਵੇਰੀਏਬਲ ਨੂੰ ਆਪਾਂ ਕੀ ਬੋਲਦੇ ਹਾਂ, ਆਬਜੈਕਟ। ਸੋ ਜਿਵੇਂ ਕਿ ਆਪਾਂ ਲਿਖਾਂਗੇ ਸਟੂਡੈਂਟ S1। ਸੋ ਇੱਥੇ S1 ਕੀ ਹੈ, ਇੱਕ ਕਲਾਸ ਦਾ ਵੇਰੀਏਬਲ ਹੋ ਗਿਆ। ਬਟ ਇੱਥੇ ਹੁਣ ਆਪਾਂ S1 ਨੂੰ ਵੇਰੀਏਬਲ ਨਹੀਂ ਕਵਾਂਗੇ, ਰਾਦਰ ਦੈਨ S1 ਇਜ਼ ਏ ਆਬਜੈਕਟ ਆਫ ਸਟੂਡੈਂਟ ਕਲਾਸ। ਸੋ S1 ਕੀ ਹੈ, S1 ਇਜ਼ ਏ ਆਬਜੈਕਟ ਆਫ ਸਟੂਡੈਂਟ ਕਲਾਸ। ਸੋ ਇਸ ਕਰਕੇ ਆਪਾਂ ਇਹਨੂੰ ਆਬਜੈਕਟ ਕਵਾਂਗੇ, ਵੇਰੀਏਬਲ ਵੀ ਕਹਿ ਸਕਦੇ ਹਾਂ, ਬਟ ਜ਼ਿਆਦਾ ਟੈਕਨੀਕਲੀ ਆਪਾਂ ਇਹਨੂੰ ਕੀ ਬੋਲਾਂਗੇ, ਆਬਜੈਕਟ ਬੋਲਾਂਗੇ। ਸੋ S1 ਜਦੋਂ ਤੁਸੀਂ ਇਹ ਸਟੇਟਮੈਂਟ ਲਿਖੀ ਸਟੂਡੈਂਟ S1, ਇਟ ਮੀਨਸ S1 ਕ੍ਰੀਏਟ ਹੋਇਆ, ਇਹਦੇ ਵਿੱਚ ਕੀ ਕੀ ਆਇਆ, ਰੋਲ ਨੰਬਰ, ਏਜ ਐਂਡ ਨੇਮ। ਇਹ ਤਾਂ ਹੋ ਗਏ 3 ਡਾਟਾ ਮੈਂਬਰਸ ਤੇ ਨਾਲ ਹੀ ਇਹਦੇ ਦੋ ਫੰਕਸ਼ਨਸ ਆਣਗੇ, ਕਿਹੜੇ ਕਿਹੜੇ, ਇਨਪੁਟ ਐਂਡ ਡਿਸਪਲੇ। ਸੋ ਇਹ ਕੀ ਹੈ, ਇੱਕ ਆਬਜੈਕਟ ਹੈ। S1 ਕੀ ਹੋ ਗਿਆ, ਇੱਕ ਆਬਜੈਕਟ ਜਿਹਦੇ ਵਿੱਚ ਕੀ ਹੁੰਦਾ, ਡਾਟਾ ਐਂਡ ਫੰਕਸ਼ਨਸ ਹੁੰਦੇ। ਸੋ ਨੈਕਸਟ ਹੁਣ ਇਹਦੀ ਵਰਕਿੰਗ ਕਿਵੇਂ ਹੋਏਗੀ। ਸੋ ਜਿਵੇਂ ਕੋਈ ਵੀ ਕਲਾਸ, ਕੋਈ ਵੀ ਸਟਰਕਚਰ ਦੇ ਆਪਾਂ ਮੈਂਬਰ ਨੂੰ ਅਗਰ ਐਕਸੈਸ ਕਰਨਾ ਹੁੰਦਾ ਸੀ ਤਾਂ ਆਪਾਂ ਕੀ ਯੂਜ਼ ਕਰਦੇ ਸੀ, ਡੋਟ ਆਪਰੇਟਰ। ਜਿਵੇਂ ਕਿ ਤੁਸੀਂ ਪ੍ਰਿੰਟ ਕਰਵਾਉਂਦੇ ਸੀ S1.rn, S1.age। ਸੋ ਇੱਥੇ ਹੁਣ ਆਪਾਂ ਫੰਕਸ਼ਨਸ ਦੇ ਥਰੂ ਇੰਟਰੈਕਸ਼ਨ ਕਰਾਂਗੇ। ਸੋ ਆਪਾਂ ਨੇ ਫੰਕਸ਼ਨ ਨੂੰ ਐਕਸੈਸ ਕਰਨਾ ਹੈ, ਫੰਕਸ਼ਨ ਵੀ ਕਿਹਦੇ ਮੈਂਬਰ ਨੇ, S1 ਦੇ ਮੈਂਬਰ ਨੇ। ਸੋ ਆਪਾਂ ਲਿਖਾਂਗੇ S1.input। ਸੋ ਆਪਾਂ ਨੇ ਲਿਖਿਆ S1.input, ਇਟ ਮੀਨਸ S1 ਨੇ ਆਪਣੇ ਇਨਪੁਟ ਫੰਕਸ਼ਨ ਨੂੰ ਕਾਲ ਕੀਤਾ। ਸੋ ਇਨਪੁਟ ਫੰਕਸ਼ਨ ਕੀ ਹੈ, ਇਹ ਹੈ। ਇੱਥੇ ਦੇਖੋ ਸਭ ਤੋਂ ਪਹਿਲਾਂ ਕੀ ਸਟੇਟਮੈਂਟ ਹੈ, cout enter roll number। ਸੋ ਇਹ ਸਿੰਪਲੀ ਪ੍ਰਿੰਟ ਹੋ ਜਾਏਗੀ enter roll number। ਇੱਥੇ ਆਪਾਂ ਆਉਟਪੁੱਟ ਲਿਖਦੇ ਹਾਂ enter roll number। ਨੈਕਸਟ ਹੈ cin ਸੀਨ ਮੀਨਸ ਕੋਈ ਵੈਲਿਊ ਇਨਪੁਟ ਕਰਵਾਓ। ਸਪੋਜ਼ ਆਪਾਂ ਨੇ ਵੈਲਿਊ ਇਨਪੁਟ ਕਰਵਾਈ 101, ਤਾਂ ਇਹ 101 ਕਿੱਥੇ ਗਈ, rn ਦੇ ਵਿੱਚ। rn ਕਿਹਦਾ ਹੋਏਗਾ, ਜਿਹਦਾ ਆਪਾਂ ਨੇ ਫੰਕਸ਼ਨ ਕਾਲ ਕੀਤਾ ਹੈ। ਸੋ S1 ਦਾ rn, that is S1 ਦਾ rn ਇਹ ਹੈ। ਇਹਦੇ ਵਿੱਚ ਕਿੰਨੀ ਵੈਲਿਊ ਆ ਗਈ, 101। ਇਸੇ ਤਰੀਕੇ ਨਾਲ ਨੈਕਸਟ ਸਟੇਟਮੈਂਟ ਹੈ enter age। ਸੋ enter age, ਸਪੋਜ਼ age ਐਂਟਰ ਕਰਵਾਈ 20। ਸੋ ਹੁਣ 20 ਕਿਹਦੇ ਵਿੱਚ ਜਾਏਗੀ, age ਕਿਹਦੇ ਵਿੱਚ, S1 ਦੇ age ਚ। ਸੋ S1 ਦੇ age ਚ ਕਿੰਨੀ ਵੈਲਿਊ ਚਲੇਗੀ, 20। ਦੈਨ enter name, ਸਪੋਜ਼ ਨੇਮ ਤੁਸੀਂ ਐਂਟਰ ਕਰਵਾਇਆ ਅਮਨ। ਸੋ ਅਮਨ ਨੇਮ ਕਿੱਥੇ ਚਲਾ ਗਿਆ, ਨੇਮ ਦੇ ਵਿੱਚ, ਤੇ ਨੇਮ ਇਹ ਕਿਹਦਾ ਹੋਏਗਾ, S1 ਦਾ। ਸੋ S1 ਦੇ ਨੇਮ ਚ ਕੀ ਵੈਲਿਊ ਆ ਗਈ, ਅਮਨ। ਸੋ ਇਸ ਤਰੀਕੇ ਨਾਲ ਇਹ ਫੰਕਸ਼ਨ ਕੀ ਹੈ, ਕੰਪਲੀਟ ਹੋ ਗਿਆ। ਨੈਕਸਟ ਆਪਾਂ ਲਿਖਦੇ ਹਾਂ S1.display। ਸੋ S1.display ਫੰਕਸ਼ਨ ਕੀ ਕਰੇਗਾ, ਡਿਸਪਲੇ ਫੰਕਸ਼ਨ ਤੇ ਆ ਜਾਏਗਾ। ਇੱਥੇ ਆਪਾਂ ਨੇ ਕਰਵਾਇਆ ਹੈ cout roll number। ਸੋ ਪਹਿਲਾਂ roll number ਪ੍ਰਿੰਟ ਹੋਏਗਾ is equal to rn। ਹੁਣ ਇਹ rn ਕਿਹਦਾ ਹੋਏਗਾ, ਜਿਹਦਾ ਆਪਾਂ ਨੇ ਡਿਸਪਲੇ ਫੰਕਸ਼ਨ ਕਾਲ ਕੀਤਾ ਹੈ। ਸੋ S1 ਦਾ ਡਿਸਪਲੇ ਫੰਕਸ਼ਨ ਕਾਲ ਕੀਤਾ ਹੈ, ਇਸ ਲਈ S1 ਦਾ rn ਕੀ ਹੈ, that is 101 ਪ੍ਰਿੰਟ ਹੋ ਜਾਏਗਾ। then name ਪ੍ਰਿੰਟ ਹੋਏਗਾ, name is equal to name ਕੀ ਹੈ, ਅਮਨ। then age is 20। ਸੋ ਇਸ ਤਰੀਕੇ ਨਾਲ ਆਪਾਂ ਆਬਜੈਕਟ ਨੂੰ ਇੰਪਲੀਮੈਂਟ ਕਰ ਸਕਦੇ ਹਾਂ। ਸੋ ਇੱਥੇ ਇੱਕ ਚੀਜ਼ ਹੋਰ ਐਡ ਕਰ ਲਿਓ, ਜੋ ਆਪਾਂ ਨੈਕਸਟ ਲੈਕਚਰ 'ਚ ਦੇਖਾਂਗੇ ਕਿ ਉਹਦਾ ਫਰਕ ਕੀ ਪੈਂਦਾ ਹੈ। ਕਿ ਇੱਥੇ ਤੁਸੀਂ ਲਿਖਣਾ ਹੈ ਪਬਲਿਕ ਦੈਨ ਕੋਲਨ। ਸੋ ਪਬਲਿਕ ਲਿਖਣ ਨਾਲ ਕੀ ਹੋ ਜਾਂਦਾ ਹੈ, ਇਹ ਇਨਪੁਟ ਤੇ ਡਿਸਪਲੇ ਫੰਕਸ਼ਨ ਕੀ ਹੋ ਜਾਂਦੇ ਨੇ, ਪਬਲਿਕ ਮੈਂਬਰ ਬਣ ਜਾਂਦੇ ਨੇ। ਪਬਲਿਕ ਮੈਂਬਰ ਦਾ ਮੀਨਿੰਗ ਇਹ ਹੈ ਕਿ ਉਹ ਜਿਹੜੇ ਫੰਕਸ਼ਨਸ ਨੇ ਆਊਟਸਾਈਡ ਦੀ ਕਲਾਸ ਵੀ ਐਕਸੈਸ ਕਰ ਸਕਦੇ ਹਨ। ਸੋ ਇਹਨੂੰ ਆਪਾਂ ਇਨ ਡਿਟੇਲ ਨੈਕਸਟ ਲੈਕਚਰ 'ਚ ਦੇਖਾਂਗੇ ਕਿ ਇਹ ਪਬਲਿਕ ਨਾਲ ਕੀ ਫਰਕ ਪੈਂਦਾ ਹੈ ਤੇ ਲਿਖਣ ਨਾਲ ਕੀ ਫਰਕ ਪਏਗਾ ਤੇ ਨਾ ਲਿਖਣ ਨਾਲ ਕੀ ਫਰਕ ਪਏਗਾ। ਸੋ ਫਿਲਹਾਲ ਆਪਾਂ ਇਹ ਕੀ ਕੀਤਾ ਹੈ, ਇੱਕ ਕਲਾਸ ਨੂੰ ਇੰਪਲੀਮੈਂਟ ਕੀਤਾ ਹੈ। ਕਲਾਸ ਦੇ ਵਿੱਚ ਕਲਾਸ ਦਾ ਨਾਮ ਲਿਆ ਆਪਾਂ ਨੇ ਸਟੂਡੈਂਟ। ਇਹ ਤੁਸੀਂ ਕੋਈ ਵੀ ਆਪਣੀ ਮਰਜ਼ੀ ਨਾਲ ਨਾਮ ਲੈ ਸਕਦੇ ਹੋ। ਉਹਦੇ ਵਿੱਚ ਆਪਾਂ ਨੇ ਡਾਟਾ ਲਿਆ, ਡਾਟਾ ਕੋਈ ਵੀ ਜੋ ਆਪਾਂ ਨੂੰ ਰਿਕੁਆਇਰਡ ਹੈ ਉਹ ਲੈ ਸਕਦੇ ਹਾਂ। ਇੰਟੀਜਰ ਦਾ ਰੋਲ ਨੰਬਰ ਤੇ ਏਜ ਚਾਹੀਦਾ ਸੀ ਤੇ ਇੱਕ ਸਟ੍ਰਿੰਗ ਚਾਹੀਦਾ ਸੀ ਆਪਾਂ ਨੂੰ ਨੇਮ। ਦੈਨ ਦੋ ਫੰਕਸ਼ਨ ਲਏ, ਇਨਪੁਟ ਐਂਡ ਡਿਸਪਲੇ। ਸੋ ਮੇਨ ਫੰਕਸ਼ਨ ਦੇ ਵਿੱਚ ਆਪਾਂ ਉਹ ਕਲਾਸ ਦਾ ਆਬਜੈਕਟ ਕ੍ਰੀਏਟ ਕੀਤਾ। ਸੇਮ ਜਿਵੇਂ ਆਪਾਂ ਕਿਸੇ ਵੀ ਹੋਰ ਡਾਟਾ ਟਾਈਪ ਦਾ ਵੇਰੀਏਬਲ ਕ੍ਰੀਏਟ ਕਰਦੇ ਹਾਂ, ਉਸੇ ਤਰੀਕੇ ਨਾਲ ਆਪਾਂ ਕਲਾਸ ਦਾ ਵੇਰੀਏਬਲ ਵੀ ਕ੍ਰੀਏਟ ਕਰ ਸਕਦੇ ਹਾਂ। ਸੋ ਬਟ ਕਲਾਸ ਦੇ ਵੇਰੀਏਬਲ ਨੂੰ ਆਪਾਂ ਕੀ ਬੋਲਦੇ ਹਾਂ, ਆਬਜੈਕਟ। ਸੋ ਇਸ ਕਰਕੇ S1 ਕੀ ਹੈ, ਇੱਥੇ ਇੱਕ ਨਾਰਮਲ ਵੇਰੀਏਬਲ ਨਹੀਂ ਹੈ। S1 ਕੀ ਹੋ ਗਿਆ, ਆਬਜੈਕਟ ਹੋ ਗਿਆ। ਸੋ S1 ਆਬਜੈਕਟ ਦੇ ਥਰੂ ਆਪਾਂ ਨੇ ਇਨਪੁਟ ਤੇ ਡਿਸਪਲੇ ਫੰਕਸ਼ਨ ਨੂੰ ਕਾਲ ਕੀਤਾ। ਸੋ ਕਾਲ ਕਰਨ ਲਈ ਆਪਾਂ ਕੀ ਕਰਦੇ ਹਾਂ, ਡੋਟ ਆਪਰੇਟਰ ਯੂਜ਼ ਕਰਦੇ ਹਾਂ। ਦੈਨ ਗੈਟ ch।
ਸੋ ਇਸੇ ਤਰੀਕੇ ਨਾਲ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਆਪਾਂ ਕਲਾਸ ਦੀ। ਸਪੋਜ਼ ਕਲਾਸ ਨੰਬਰ, ਇਹਦੇ ਵਿੱਚ ਆਪਾਂ ਦੋ ਵੇਰੀਏਬਲ ਲੈਣੇ ਆ, ਇੰਟ a ਐਂਡ b। ਇਹ ਹੋ ਗਿਆ ਡਾਟਾ। ਦੈਨ ਫੰਕਸ਼ਨ ਤੋਂ ਪਹਿਲਾਂ ਆਪਾਂ ਨੇ ਲਿਖ ਲਿਆ ਪਬਲਿਕ ਐਂਡ ਦੈਨ ਕੋਲਨ, ਸੈਮੀ ਕੋਲਨ ਨਹੀਂ ਹੈ ਇੱਥੇ, ਕੋਲਨ ਹੋਏਗਾ। ਦੈਨ void ਇਨਪੁਟ, ਇਨਪੁਟ ਦੇ ਵਿੱਚ ਸਪੋਜ਼ ਆਪਾਂ ਨੇ ਦੋਨੋਂ ਵੈਲਿਊਜ਼ ਪ੍ਰਿੰਟ ਕਰਵਾਉਣੀ ਹੈ, cout enter two numbers, then scene a and b, दो वैल्यूज इनपुट हो गई हैं। देन void add, सपोज add फंक्शन है, add फंक्शन की करेगा, दोनों नू एडिशन करके रिजल्ट देगा अपन। सो cout एडिशन इज इक्वल टू a प्लस b। सो ये रिजल्ट अपन प्रिंट होके आएगा। देन क्लास खत्म करने लिए आप की कर देने ब्रेसिस एंड देन सैमीकोलन। सो क्लास का वेरीएबल तुसी इत्थे भी क्रिएट कर सकते हो, यानी कि ऑब्जेक्ट तुसी डायरैक्ट इत्थे भी क्रिएट कर सकते हो, जिवें स्ट्रक्चर च कर सकते सी आपां। अगर नहीं करना तो आपां मेन फंक्शन दे विच क्रिएट करांगे। सो void मेन, ऑब्जेक्ट क्रिएट करने लिए आपां की लिखदे हां, क्लास नेम दैट इज नंबर एंड देन n1, n1 मीनस ऑब्जेक्ट दा नेम, n2 कोमा पा के जिन्ने मर्जी इत्थे ऑब्जेक्ट आपां क्रिएट कर सकते हैं। सो नंबर n1, जदों नंबर n1 लिखिया तो इट मीनस n1 एक ऑब्जेक्ट क्रिएट होया जिहदे विच डाटा होएगा a एंड b, ते फंक्शंस होणगे इनपुट एंड ऐड। देन n1 डॉट इनपुट, सो n1 दा आपां ने इनपुट फंक्शन कॉल कीता। इत्थे की है एंटर टू नंबर्स, ये प्रिंट हो जाएगा एंटर टू नंबर्स। प्रिंट होने तो बाद की है सीन a एंड b, सपोज तुसी वैल्यूज इनपुट कीतियां 10 एंड 20, ਤਾਂ 10 एंड 20 वैल्यूज कित्थे जाणगे a एंड b ਦੇ ਵਿੱਚ, बट a ਤੇ b ਕਿਹਦੇ ਹੋਣਗੇ n1 ਦੇ, क्योंकि n1 ਆਪਾਂ ਨੇ फंक्शन कॉल ਕੀਤਾ। सो a ਦੀ वैल्यू कितनी होगी 10 ਤੇ b ਦੀ वैल्यू होगी 20। फंक्शन कंप्लीट हो गया है। देन ਆਪਾਂ ਲਿਖਦੇ ਹਾਂ n1 डॉट ऐड, ਤਾਂ ऐड फंक्शन ਦੇ ਵਿੱਚ ਕੀ ਹੋਏਗਾ cout एडिशन इज इक्वल टू, ਤਾਂ ਇੱਥੇ ਪ੍ਰਿੰਟ ਹੋਏਗਾ एडिशन इज इक्वल टू a प्लस b। a ਤੇ b ਦੀਆਂ ਕਿਹੜੀਆਂ ਵੈल्यूज ਹੋਣਗੀਆਂ n1 ਦੀਆਂ, n1 ਦੇ a ਤੇ b ਚ ਵੈल्यू ਹੈ 10 एंड 20। ਸੋ ਦੋਨਾਂ ਨੂੰ ਐਡ ਕਰਕੇ ਇੱਥੇ ਪ੍ਰਿੰਟ ਹੋ ਜਾਏਗਾ 30। ਲਾਸਟ ਦੇ ਵਿੱਚ get ch ਤੇ ਪ੍ਰੋਗਰਾਮ ਕਲੋਜ਼। ਸੋ ਇਸ ਤਰੀਕੇ ਨਾਲ ਤੁਸੀਂ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਨੂੰ ਇੰਪਲੀਮੈਂਟ ਕਰ ਸਕਦੇ ਹਾਂ। ਸੋ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਵਿੱਚ ਕੀ ਹੈ ਕਿ ਆਪਾਂ ਪ੍ਰੋਬਲਮ ਨੂੰ ਕਿਸ ਚ ਡਿਵਾਈਡ ਕਰਦੇ ਹਾਂ, ਡਿਫਰੈਂਟ ਆਬਜੈਕਟਸ ਦੇ ਵਿੱਚ। ਤੇ ਆਬਜੈਕਟ ਕੀ ਹੁੰਦਾ ਹੈ, ਆਬਜੈਕਟ ਇਜ਼ ਅ ਕਲੈਕਸ਼ਨ ਆਫ ਡਾਟਾ ਐਂਡ ਫੰਕਸ਼ਨਸ। ਤੇ ਉਹ ਫੰਕਸ਼ਨਸ ਕਿਹੜੇ ਹੁੰਦੇ ਨੇ ਜਿਹੜੇ ਉਸ ਡਾਟਾ ਦੇ ਉੱਤੇ ਆਪਰੇਸ਼ਨਸ ਪਰਫਾਰਮ ਕਰਦੇ ਆ, ਯਾਨੀ ਕਿ ਉਹ ਫੰਕਸ਼ਨਸ ਨੇ ਜਿਹੜੇ ਡਾਟਾ ਨੂੰ ਡਾਇਰੈਕਟਲੀ ਐਕਸੈਸ ਕਰ ਸਕਦੇ ਆ। ਇੱਥੇ ਦੇਖੋ ਆਪਾਂ a ਤੇ b ਡਾਇਰੈਕਟਲੀ ਲਿਖ ਰਹੇ ਹਾਂ, ਕੋਈ ਇੱਥੇ ਆਪਾਂ n1 ਨਹੀਂ ਲਿਖਿਆ, ਕੋਈ s1 ਨਹੀਂ, ਡਾਇਰੈਕਟਲੀ ਜਿਹੜੇ ਫੰਕਸ਼ਨਸ ਨੇ ਡਾਟਾ ਨੂੰ ਐਕਸੈਸ ਕਰ ਰਹੇ ਨੇ। ਸੋ ਆਬਜੈਕਟ ਇਹੀ ਹੁੰਦਾ ਹੈ। ਆਬਜੈਕਟ ਕੀ ਹੈ, ਆਬਜੈਕਟ ਇਜ਼ ਅ ਕਲੈਕਸ਼ਨ ਆਫ ਡਾਟਾ ਐਂਡ ਫੰਕਸ਼ਨਸ। ਸੋ ਇੱਥੇ ਡਾਟਾ ਕੀ ਹੈ a ਤੇ b, ਫੰਕਸ਼ਨਸ ਕੀ ਨੇ ਇਨਪੁਟ ਐਂਡ ਐਡ। ਸੋ ਇਹ ਜਿਹੜੇ ਫੰਕਸ਼ਨਸ ਨੇ ਇਹਨਾਂ ਡਾਟਾ ਨੂੰ ਡਾਇਰੈਕਟਲੀ ਐਕਸੈਸ ਕਰ ਸਕਦੇ ਆ। ਅਗਰ ਆਪਾਂ ਆਬਜੈਕਟ ਦੇ ਥਰੂ ਕੋਈ ਵੀ ਕਮਿਊਨੀਕੇਸ਼ਨ ਕਰਨੀ ਹੈ, ਆਪਾਂ ਕਮਿਊਨੀਕੇਸ਼ਨ ਕਿੱਥੋਂ ਕਰ ਰਹੇ ਹਾਂ, ਮੇਨ ਫੰਕਸ਼ਨ ਤੋਂ। ਸੋ ਮੇਨ ਫੰਕਸ਼ਨ ਇਨਪੁਟ ਨੂੰ ਕਾਲ ਕਰ ਰਿਹਾ ਹੈ, ਮੇਨ ਫੰਕਸ਼ਨ ਐਡ ਨੂੰ ਕਾਲ ਕਰ ਰਿਹਾ ਹੈ। ਮੇਨ ਫੰਕਸ਼ਨ ਦੇ ਵਿੱਚ ਆਪਾਂ a ਤੇ b ਡਾਇਰੈਕਟਲੀ ਯੂਜ਼ ਨਹੀਂ ਕਰ ਸਕਦੇ। ਸੋ ਇਸ ਤਰੀਕੇ ਨਾਲ ਆਪਾਂ ਇੱਥੇ ਡਾਟਾ ਨੂੰ ਸਿਕਿਉਰ ਕਰ ਰਹੇ ਹਾਂ, ਕਿਉਂਕਿ ਉਹ ਡਾਟਾ ਨੂੰ ਸਿਰਫ ਕੌਣ ਐਕਸੈਸ ਕਰ ਪਾ ਰਿਹਾ ਹੈ, ਇਨਪੁਟ ਐਂਡ ਐਡ ਫੰਕਸ਼ਨ। अगर आप इत्थे डायरेक्टली लिखांगे n1.a या n1.b तो वो एक्सेसिबल नहीं होंगे। तो एक्सेसिबल क्यों नहीं है, क्योंकि आप इत्थे वो डाटा नू एज ए प्राइवेट मैंबर लै रहे हैं। सो इत्थे आप ये भी देखते हैं कि अपने को 3 तरह के डाटा मैंबर्स होंगे ने, प्राइवेट, पब्लिक एंड प्रोटेक्टेड। पब्लिक मैंबर किहड़े ने, ਜਦੋਂ ਆਪਾਂ ਨੇ ਪਬਲਿਕ ਲਿਖਿਆ ਤਾਂ ਇਸ ਤੋਂ ਬਾਅਦ ਜਿੰਨੇ ਵੀ ਮੈਂਬਰਸ ਆਪਾਂ ਲਵਾਂਗੇ, ਯਾਨੀ ਕਿ ਇਸ ਤੋਂ ਬਾਅਦ ਆਪਾਂ ਫੰਕਸ਼ਨਸ ਲਏ ਨੇ, ਉਹ ਕੀ ਹੁੰਦੇ ਨੇ, ਪਬਲਿਕ ਹੋ ਜਾਣਗੇ। ਪਬਲਿਕ ਦਾ ਮਤਲਬ ਕੀ ਹੈ ਕਿ ਉਹ ਜਿਹੜੇ ਮੈਂਬਰਸ ਨੇ ਕਿਤੋਂ ਵੀ ਐਕਸੈਸ ਕੀਤੇ ਜਾ ਸਕਦੇ ਨੇ, ਯਾਨੀ ਕਿ ਆਪਾਂ ਮੇਨ ਫੰਕਸ਼ਨ ਤੋਂ ਮੈਂਬਰਸ ਨੂੰ ਐਕਸੈਸ ਕਰ ਪਾ ਰਹੇ ਹਾਂ। ਮੇਨ ਫੰਕਸ਼ਨ ਤੋਂ ਆਪਾਂ ਲਿਖਿਆ n1.input, ਤਾਂ ਇਨਪੁਟ ਨੂੰ ਆਪਾਂ ਕਾਲ ਕੀਤਾ ਹੈ। ਮੇਨ ਫੰਕਸ਼ਨ ਤੋਂ ਆਪਾਂ ਲਿਖਿਆ n1.add, ਸੋ ਐਡ ਫੰਕਸ਼ਨ ਨੂੰ ਕਾਲ ਕਰ ਲਿਆ, ਕਿਉਂਕਿ ਇਹ ਦੋਨੋਂ ਕੀ ਸੀ, ਪਬਲਿਕ ਸੀ।
ਬਟ A ਤੇ B ਹੁਣ ਕੀ ਨੇ ਬਾਈ ਡਿਫਾਲਟ ਪ੍ਰਾਈਵੇਟ ਮੈਂਬਰਸ ਨੇ। ਅਗਰ ਤੁਸੀਂ ਕੁਝ ਵੀ ਉੱਪਰ ਨਹੀਂ ਲਿਖਦੇ ਤਾਂ ਇਟ ਮੀਨਸ ਉਹ ਮੈਂਬਰ ਕੀ ਮੰਨੇ ਜਾਂਦੇ ਨੇ ਪ੍ਰਾਈਵੇਟ। ਸੋ ਅਗਰ ਆਪਾਂ ਇੱਥੇ ਪ੍ਰਾਈਵੇਟ ਲਿਖ ਦਿੰਨੇ ਆ ਇਟ ਮੀਨਸ ਜਿਹੜੇ ਮੈਂਬਰਸ ਨੇ ਸਿਰਫ ਵਿਦ ਇਨ ਦੀ ਕਲਾਸ ਹੀ ਐਕਸੈਸ ਹੋ ਸਕਦੇ ਨੇ, ਯਾਨੀ ਕਿ ਜਿਹੜੇ ਉਹ ਮੈਂਬਰਸ ਨੇ ਸਿਰਫ ਉਹਦੇ ਫੰਕਸ਼ਨਸ ਹੀ ਐਕਸੈਸ ਕਰ ਸਕਣਗੇ। ਇਸੇ ਕਰਕੇ ਆਪਾਂ ਇੱਥੇ A ਤੇ B ਡਾਇਰੈਕਟਲੀ ਯੂਜ਼ ਕਰ ਪਾ ਰਹੇ ਹਾਂ, ਬਟ ਇੱਥੇ ਮੇਨ ਫੰਕਸ਼ਨ 'ਚ ਆਪਾਂ A ਤੇ B ਨੂੰ ਯੂਜ਼ ਨਹੀਂ ਕਰ ਸਕਦੇ ਕਿਉਂਕਿ ਇਹ ਕੀ ਨੇ ਪ੍ਰਾਈਵੇਟ ਮੈਂਬਰਸ ਨੇ। ਤੇ ਪ੍ਰੋਟੈਕਟਡ ਮੈਂਬਰਸ ਆਪਾਂ ਉਦੋਂ ਦੇਖਾਂਗੇ ਜਦੋਂ ਆਪਾਂ ਇਨਹੈਰੀਟੈਂਸ ਦਾ ਕਨਸੈਪਟ ਪੜਾਂਗੇ। ਸੋ ਉੱਥੇ ਪ੍ਰੋਟੈਕਟਡ ਮੈਂਬਰ ਦੀ ਇੰਪੋਰਟੈਂਸ ਪਤਾ ਲੱਗੇਗੀ। ਫਿਲਹਾਲ ਆਪਾਂ ਸਿਰਫ ਪਬਲਿਕ ਐਂਡ ਪ੍ਰਾਈਵੇਟ ਹੀ ਕਰਾਂਗੇ। ਪਬਲਿਕ ਮੈਂਬਰ ਕੀ ਨੇ ਜਿਹੜੇ ਕਿਤੋਂ ਵੀ ਐਕਸੈਸ ਹੋ ਸਕਦੇ ਨੇ, ਬਟ ਪ੍ਰਾਈਵੇਟ ਮੈਂਬਰ ਸਿਰਫ ਕਲਾਸ ਦੇ ਵਿੱਚ ਹੀ ਐਕਸੈਸ ਹੋ ਸਕਦੇ ਨੇ। ਪ੍ਰਾਈਵੇਟ ਮੈਂਬਰ ਕਲਾਸ ਤੋਂ ਬਾਹਰ ਐਕਸੈਸ ਨਹੀਂ ਕੀਤੇ ਜਾ ਸਕਦੇ। ਥੈਂਕ ਯੂ।